ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਤੋਂ ਲੈ ਕੇ ਹਾਜ਼ਰ ਹਾਂ ਵਤਨ ਟੀਵੀ ਪ੍ਰੋਗਰਾਮ। ਪਿਛਲੇ ਹਫਤੇ ਦੇ ਪ੍ਰੋਗਰਾਮ ਨੂੰ ਤੁਸਾਂ ਨੇ ਪਸੰਦ ਕੀਤਾ। ਤੁਹਾਡੀਆਂ ਈਮੇਲਸ ਲਈ, ਤੁਹਾਡੀਆਂ ਫੋਨ ਕਾਲਸ ਲਈ ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਜਿਹੜੇ ਅਗਾਊਂ ਵੀ ਸਾਡੇ ਪ੍ਰੋਗਰਾਮ ਆਉਣ ਵਾਲੇ ਨੇ ਉਹਨਾਂ ਨੂੰ ਤੁਸੀਂ ਪਸੰਦ ਕਰਕੇ ਆਪਣੇ ਕੀਮਤੀ ਸੁਝਾਅ ਸਾਡੇ ਤੱਕ ਪਹੁੰਚਦੇ ਕਰਦੇ ਰਹੋਗੇ। ਫਿਲਹਾਲ ਆਗਾਜ਼ ਕਰਨ ਜਾ ਰਹੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ ਹਰਸ਼ਦੀਪ ਕੌਰ ਦੀ ਆਵਾਜ਼ ਦੇ ਵਿੱਚ ਇਸ ਗੀਤ ਦੇ ਨਾਲ। ਉਮੀਦ ਕਰਦੇ ਹਾਂ ਗੀਤ ਤੁਸੀਂ ਪਸੰਦ ਕਰੋਗੇ। Tiger style. ਦੋਸਤੋ, ਪੀਸੀ ਪਾਰਟੀ ਦੇ ਐਡਮਿੰਟਨ ਮਿਲਵਰਡਸ ਤੋਂ ਉਮੀਦਵਾਰ ਟਿਮ ਉਪਲ ਹੋਣਾ ਦੇ ਕੈਂਪੇਨ ਆਫਿਸ ਪਹੁੰਚੇ ਹਾਂ ਅਸੀਂ ਤੁਹਾਡੇ ਸਾਰਿਆਂ ਨਾਲ ਰੂਬਰੂ ਕਰਾਉਣ ਵਾਸਤੇ। ਆਖਰੀ ਟਾਈਮ ਹੈ ਵੋਟਾਂ ਤੋਂ ਪਹਿਲਾਂ। ਉਪਲ ਸਾਹਿਬ, 1 ਮਹੀਨਾ ਪੂਰੀ ਭੱਜਣਾ ਰਹੀ ਫਿਰ? ਐਕਚੁਅਲੀ ਆ ਪੂਰੇ ਰਹੀ। ਵੀ ਬਨ ਗੋਇੰਗ ਡੋਰ ਟੂ ਡੋਰ ਜਾ ਕੇ ਕਰਦੇ ਰਹੇ। ਬਹੁਤ ਸਾਰੀਆਂ ਵੋਟਾਂ ਐਡਵਾਂਸ ਪੋਲ 'ਚ ਵੀ ਪਈਆਂ ਨੇ, ਸੋ ਥੈਂਕ ਯੂ ਵੈਰੀ ਮੱਚ ਜਿਨ੍ਹਾਂ ਨੇ ਐਡਵਾਂਸ ਪੋਲ ਦੇ ਵਿੱਚ ਵੋਟ ਪਾਈਆਂ। ਅਤੇ ਫਿਰ ਹੁਣ ਕੱਲ੍ਹ ਨੂੰ ਇਲੈਕਸ਼ਨ ਆ, ਸੋ ਪਲੀਜ਼ ਜਿਵੇਂ ਵੀ ਪਿਛਲੀ ਇਲੈਕਸ਼ਨ ਵਾਂਗੂ ਵੀ ਤੁਸੀਂ ਸਪੋਰਟ ਕਰਦੇ ਰਹੇ, ਉਸੇ ਤਰ੍ਹਾਂ ਹੀ ਪਲੀਜ਼ ਟਾਈਮ ਆਪਣੇ ਕੀਮਤੀ ਸਮੇਂ ਦੇ ਵਿੱਚ ਕੁਛ ਟਾਈਮ ਕੱਢ ਕੇ ਵੋਟ ਜ਼ਰੂਰ ਪਾ ਕੇ ਆਏ। ਕਿਵੇਂ ਰਿਹਾ ਡੋਰ ਨੌਕਿੰਗ ਜਿਹੜੀ ਆ 1 ਮਹੀਨਾ ਪੂਰਾ? ਤੁਸੀਂ ਉਹਦੇ ਵਿੱਚ ਮੇਰੇ ਖਿਆਲ ਹਜ਼ਾਰਾਂ ਹੀ ਲੋਕਾਂ ਨੂੰ ਮਿਲੇ ਹੋਗੇ, ਕਿਹੋ ਜਿਹਾ ਰਿਸਪੌਂਸ ਰਿਹਾ? ਰਿਸਪੌਂਸ ਬਹੁਤ ਵਧੀਆ ਰਿਹਾ ਜੀ। ਲੋਕ ਚੇਂਜ ਚਾਹੁੰਦੇ ਨੇ ਅਤੇ ਉਸ ਦੇ ਵਿੱਚ ਬਹੁਤ ਲੋਕ ਕਹਿੰਦੇ ਨੇ ਕਿ ਵੀ ਜਿਹੜੀ ਐਕਨੋਮਿਕ ਸਿਚੁਏਸ਼ਨ ਹੈ ਇੱਥੇ ਅਲਬਰਟਾ ਦੇ ਵਿੱਚ, ਖਾਸ ਇੱਥੇ ਐਡਮਿੰਟਨ ਮਿਲਵਰਡਸ ਦੇ ਵਿੱਚ, ਉਹ ਕਾਫੀ ਕੁਛ ਸਾਲਾਂ ਤੋਂ ਮਾੜਾ ਰਿਹਾ, ਈਵਨ ਬਿਫੋਰ ਕੋਵਿਡ। ਪਰ ਹੁਣ ਕੋਵਿਡ ਤੋਂ ਬਾਅਦ 'ਚ ਵੀ ਕਾਫੀ ਪ੍ਰੋਬਲਮ ਰਹੀ ਆ। ਸੋ ਗਵਰਨਮੈਂਟ ਚੇਂਜ ਚਾਹੁੰਦੇ ਨੇ ਵੀ ਜਿਹੜੀ ਗਵਰਨਮੈਂਟ ਇਹੋ ਜਿਹੀ ਹੋਵੇ ਵੀ ਜਿਹੜੇ ਅਲਬਰਟਾ ਦੇ ਐਨਰਜੀ ਸੈਕਟਰ ਨੂੰ ਰਿਸਪੈਕਟ ਕਰਨ। ਐਂਡ ਐਬਸੋਲੂਟਲੀ ਕੰਜ਼ਰਵੇਟਿਵ ਪਾਰਟੀ ਰਿਸਪੈਕਟ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਇਸ ਚੀਜ਼ ਨੂੰ ਆਪਾਂ ਨੂੰ ਵਧਾਉਣਾ ਹੀ ਚਾਹੀਦੀ ਆ ਅਤੇ ਉਸੇ ਨਾਲ ਜੋਬਸ ਵੀ ਵੱਧ ਸਕਦੀਆਂ। ਸੋ ਉਸ ਚੀਜ਼ ਸੁਣ ਕੇ ਲੋਕ ਬਹੁਤ ਖੁਸ਼ ਨੇ ਅਤੇ ਕਹਿੰਦੇ ਵੀ ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਠੀਕ ਹੈ ਦੋਸਤੋ, ਜਿਵੇਂ ਉਪਲ ਸਾਹਿਬ ਨੇ ਦੱਸਿਆ ਹੈ ਕਿ ਸਵੇਰੇ ਵੋਟਾਂ ਪੈਣੀਆਂ ਨੇ। ਇੱਕ ਵੋਟ ਜਿਹੜੀ ਆ ਉਹ ਮਾਇਨੇ ਰੱਖਦੀ ਆ ਅਤੇ ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ ਕਿ ਆਪਣੇ ਪਰਿਵਾਰ ਦੇ ਵਿੱਚੋਂ ਸਾਰੇ ਮੈਂਬਰ ਜਿਹੜੇ ਆ ਉਹ ਘੱਟ ਤੋਂ ਘੱਟ ਵੋਟ ਜਿਹੜੀ ਆ ਜ਼ਰੂਰ ਸਵੇਰੇ ਪਾ ਕੇ ਆਉਣ। ਜਿਵੇਂ ਉਪਲ ਸਾਹਿਬ ਨੇ ਦੱਸਿਆ ਹੀ ਆ ਕਿ ਐਡਵਾਂਸ ਪੋਲਿੰਗ ਦੇ ਵਿੱਚ ਕਾਫੀ ਵੋਟਾਂ ਪੈ ਚੁੱਕੀਆਂ ਨੇ, ਪਰ ਕੱਲ੍ਹ ਹੁਣ ਆਖਰੀ ਹੱਲਾ ਹੈਗਾ ਅਤੇ ਸ਼ਾਮ ਤੱਕ ਕੱਲ੍ਹ ਵੋਟਾਂ ਨੇ। ਕੋਈ ਵੀ ਵੋਟ ਜਿਹੜੀ ਆ ਉਹ ਘਰ ਨਹੀਂ ਰਹਿਣੀ ਚਾਹੀਦੀ ਅਤੇ ਜਾ ਕੇ ਵੋਟਾਂ ਪਾ ਕੇ ਆਓ, ਇਹੀ ਆਸ ਕਰਦੇ ਹਾਂ। ਅਤੇ ਕੱਲ੍ਹ ਨੂੰ ਇਸ ਵੇਲੇ ਫਿਰ ਨਤੀਜੇ ਜਿਹੜੇ ਆ ਉਹ ਪਤਾ ਲੱਗ ਜਾਣਗੇ। ਧੰਨਵਾਦ। ਹਾਂਜੀ,
ਥੈਂਕ ਯੂ ਵੈਰੀ ਮਚ ਜੀ। ਤੇ ਕੱਲ੍ਹ ਨੂੰ ਵੋਟਾਂ ਪੈਣੀਆਂ ਸਵੇਰੇ 7:30 ਤੋਂ ਸ਼ਾਮ ਨੂੰ 7:30 ਤੱਕ। ਸੋ ਪਲੀਜ਼ ਕੁਛ ਟਾਈਮ ਕੱਢ ਕੇ ਜਿੰਨੀ ਵੀ ਕਰਦੀਆਂ ਵੋਟਾਂ ਪਲੀਜ਼ ਬੈਲਟ ਦੇ ਵਿੱਚ ਪਾ ਕੇ ਆਇਓ ਜੀ। ਐਂਡ ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰਿਆਂ ਦਾ। ਪਿਛਲੇ 18 ਸਾਲਾਂ ਤੋਂ ਐਡਮਿੰਟਨ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੀਅਲ ਏਸਟੇਟ ਦੀਆਂ ਸੇਵਾਵਾਂ ਨਿਭਾ ਰਹੇ ਹਰਜੀਤ ਸੰਧੂ ਵੱਲੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਵੀ ਸ਼ੁਰੂ। Life insurance, critical illness, disability, health and dental group benefits. RRSP ਬੱਚਿਆਂ ਦੀ RESP, ਸੁਪਰ ਵੀਜ਼ਾ ਇੰਸ਼ੋਰੈਂਸ, ਟਰੈਵਲ ਅਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 7802333100। For real estate and insurance, remember one name, Harjeet Sandhu, 780 233 3100. Looking for high-quality, fully customizable windows and doors for your next project? Come visit Durabuilt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabuiltwindows.com. ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। Are you satisfied now? It's more than enough. Kapil ji, you're the best. ਥੈਂਕ ਯੂ ਕਪਲ ਸਾਹਿਬ, ਤੁਸੀਂ ਤੇ ਕਮਾਲ ਕਰਦੇ ਹੋ। ਥੈਂਕ ਯੂ। Thank you very much. You're one of the best accountants I ever found. KP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ ਦਾ ਪਤਾ ਹੈ 9218 34th ਐਵਨਿਊ ਤੇ ਫੋਨ ਨੰਬਰ 7804692677। ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਤੇ ਸਿਆਣੇ ਬੈਰਿਸਟਰ ਅਤੇ ਸੋਲਿਸਿਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤੇ ਵੀ ਆਰ ਆਲਵੇਜ਼ ਐਟ ਯੂਰ ਸਰਵਿਸ। ਯੂ ਕੈਨ ਕਾਲ ਮੀ ਐਨੀ ਟਾਈਮ। ਮਾਈ ਫੋਨ ਨੰਬਰ ਇਜ਼ 7804664660। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟੀਸਫਾਈਡ ਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾ ਆਫਿਸ। To match the sizes that are on site, to match the hinge locations, the lock locations, so that the fit up is easy and it makes it easier for the installer to put the doors into existing jambs that are on the houses already. I love Edmonton. I want to stay in Edmonton, and we want to help the community and plus Canadian stuff. But definitely we're getting bigger out there, and this is kind of our niche to do these custom projects and make everything look fancy. Lots of people love it. People said, "Oh, that's why the name is Fancy Doors." ਤਾਜ ਪੀਜ਼ਾ ਐਂਡ ਕਬਾਬ। ਮਹਾਰਾਜਾ ਬੈਂਕਟ ਹਾਲ ਦੇ ਮਾਲਕ ਤਾਰਕ ਚੌਧਰੀ ਵੱਲੋਂ ਐਡਮਿੰਟਨ ਸ਼ਹਿਰ ਵਿੱਚ ਹੁਣ ਖੋਲ੍ਹ ਦਿੱਤਾ ਗਿਆ ਹੈ ਤਾਜ ਪੀਜ਼ਾ ਐਂਡ ਕਬਾਬ, ਜਿੱਥੋਂ ਤੁਸੀਂ ਹਰ ਪ੍ਰਕਾਰ ਦੇ ਵੈਜੀਟੇਰੀਅਨ ਜਾਂ ਮੀਟ ਵਾਲੇ ਪੀਜ਼ੇ ਤੋਂ ਇਲਾਵਾ ਤਰ੍ਹਾਂ ਦੇ ਸਵਾਦੀ ਕਬਾਬ ਅਤੇ ਚਿਕਨ ਵਿੰਗਸ ਵੀ ਲੈ ਸਕਦੇ ਹੋ। ਟੇਕ ਆਊਟ ਐਂਡ ਡਿਲੀਵਰੀ ਓਨਲੀ। ਐਡਮਿੰਟਨ ਸ਼ਹਿਰ ਵਿੱਚ ਪੀਜ਼ਾ ਐਂਡ ਕਬਾਬ ਲਈ ਇੱਕ ਹੀ ਨਾਮ, ਤਾਜ ਪੀਜ਼ਾ ਐਂਡ ਕਬਾਬ। ਫੋਨ ਨੰਬਰ 7803959595 780 395 9595। ਫੂਡ ਪਿਕਅਪ ਲਈ ਐਡਰੈਸ 9257 34A ਐਵਨਿਊ ਐਡਮਿੰਟਨ। ਤਾਜ ਪੀਜ਼ਾ ਐਂਡ ਕਬਾਬ। ਵੈਲਕਮ ਟੂ ਮਹਾਰਾਜਾ ਬੈਂਕੁਏਟ ਹਾਲ। ਜੇਕਰ ਤੁਸੀਂ ਵੈਡਿੰਗਸ, ਰਿਸੈਪਸ਼ਨਸ, ਬਰਥਡੇ ਪਾਰਟੀਜ਼, ਲੇਡੀਜ਼ ਸੰਗੀਤ, ਕਾਰਪੋਰੇਟ ਇਵੈਂਟਸ, ਬਿਜ਼ਨਸ ਲੰਚ, ਹੌਲੀਡੇ ਪਾਰਟੀਜ਼, ਗ੍ਰੈਜੂਏਸ਼ਨ ਪਾਰਟੀਜ਼ ਜਾਂ ਕਿਸੇ ਕਲਚਰਲ ਇਵੈਂਟ ਲਈ ਕਿਸੇ ਵਧੀਆ ਬੈਂਕੁਏਟ ਹਾਲ ਦੀ ਤਲਾਸ਼ ਵਿੱਚ ਹੋ ਤਾਂ ਤਾਰਕ ਚੌਧਰੀ ਹੁਣਾਂ ਵੱਲੋਂ ਖੋਲ੍ਹੇ ਗਏ ਮਹਾਰਾਜਾ ਬੈਂਕੁਏਟ ਹਾਲ ਤੇ ਪਹੁੰਚੋ।
ਤਾਰਕ ਚੌਧਰੀ ਹੁਣੀ ਤੁਹਾਡੇ ਲਈ ਡੀਜੇ ਅਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਕਰ ਸਕਦੇ ਹਨ। Maharaja Banquet Hall also has nice dance floors, live food stations, cocktail bar, guest lounge and plenty of parking. ਆਪਣੇ ਅਗਲੇ ਈਵੈਂਟ ਨੂੰ ਯਾਦਗਾਰ ਬਣਾਉਣ ਲਈ ਸੰਪਰਕ ਕਰੋ ਤਾਰਕ ਚੌਧਰੀ ਹੁਣਾਂ ਨਾਲ 7806957200 780 695 7200 ਪਤਾ 9257 34A Avenue Edmonton ਮਹਾਰਾਜਾ ਬੈਂਕੁਏਟ ਹਾਲ। ਦੋਸਤੋ, ਪੀਸੀ ਪਾਰਟੀ ਦੇ ਐਡਮਿੰਟਨ ਮਿਲਵਰਡਸ ਤੋਂ ਉਮੀਦਵਾਰ ਟਿਮ ਉਪਲ ਹੋਣਾ ਦੇ ਕੈਂਪੇਨ ਆਫਿਸ ਪਹੁੰਚੇ ਹਾਂ ਅਸੀਂ ਤੁਹਾਡੇ ਸਾਰਿਆਂ ਨਾਲ ਰੂਬਰੂ ਕਰਾਉਣ ਵਾਸਤੇ। ਆਖਰੀ ਟਾਈਮ ਹੈ ਵੋਟਾਂ ਤੋਂ ਪਹਿਲਾਂ। ਉਪਲ ਸਾਹਿਬ, 1 ਮਹੀਨਾ ਪੂਰੀ ਭੱਜਣਾ ਰਹੀ ਫਿਰ। ਐਕਚੁਅਲੀ ਆ ਪੂਰੇ ਰਹੀ ਵੀ ਬਨ ਗੋਇੰਗ ਡੋਰ ਟੂ ਡੋਰ ਜਾ ਕੇ ਕਰਦੇ ਰਹੇ। ਬਹੁਤ ਸਾਰੀਆਂ ਵੋਟਾਂ ਐਡਵਾਂਸ ਪੋਲ 'ਚ ਵੀ ਪਈਆਂ ਨੇ, ਸੋ ਥੈਂਕ ਯੂ ਵੈਰੀ ਮੱਚ ਜਿਨ੍ਹਾਂ ਨੇ ਐਡਵਾਂਸ ਪੋਲ ਦੇ ਵਿੱਚ ਵੋਟ ਪਾਈਆਂ। ਅਤੇ ਫਿਰ ਹੁਣ ਕੱਲ੍ਹ ਨੂੰ ਇਲੈਕਸ਼ਨ ਆ, ਸੋ ਪਲੀਜ਼ ਜਿਵੇਂ ਵੀ ਪਿਛਲੀ ਇਲੈਕਸ਼ਨ ਨੂੰ ਵੀ ਤੁਸੀਂ ਸਪੋਰਟ ਕਰਦੇ ਰਹੇ, ਉਸੇ ਤਰ੍ਹਾਂ ਹੀ ਪਲੀਜ਼ ਟਾਈਮ ਆਪਣੇ ਕੀਮਤੀ ਸਮੇਂ ਦੇ ਵਿੱਚ ਕੁਛ ਟਾਈਮ ਕੱਢ ਕੇ ਵੋਟ ਜ਼ਰੂਰ ਪਾ ਕੇ ਆਏ। ਕਿਵੇਂ ਰਿਹਾ ਡੋਰ ਨੌਕਿੰਗ ਜਿਹੜੀ ਆ 1 ਮਹੀਨਾ ਪੂਰਾ? ਤੁਸੀਂ ਉਹਦੇ ਵਿੱਚ ਮੇਰੇ ਖਿਆਲ ਹਜ਼ਾਰਾਂ ਹੀ ਲੋਕਾਂ ਨੂੰ ਮਿਲੇ ਹੋਗੇ, ਕਿਹੋ ਜਿਹਾ ਰਿਸਪੌਂਸ ਰਿਹਾ? ਇਹ ਰਿਸਪੌਂਸ ਬਹੁਤ ਵਧੀਆ ਰਿਹਾ ਜੀ। ਲੋਕ ਚੇਂਜ ਚਾਹੁੰਦੇ ਨੇ ਅਤੇ ਉਸ ਦੇ ਵਿੱਚ ਬਹੁਤ ਲੋਕ ਕਹਿੰਦੇ ਨੇ ਕਿ ਵੀ ਜਿਹੜੇ ਐਕਨੋਮਿਕ ਸਿਚੁਏਸ਼ਨ ਹੈ ਇੱਥੇ ਅਲਬਰਟਾ ਦੇ ਵਿੱਚ, ਖਾਸ ਇੱਥੇ ਐਡਮਿੰਟਨ ਮਿਲਵਰਡਸ ਦੇ ਵਿੱਚ, ਉਹ ਕਾਫੀ ਕੁਛ ਸਾਲਾਂ ਤੋਂ ਮਾੜਾ ਰਿਹਾ, ਈਵਨ ਬਿਫੋਰ ਕੋਵਿਡ। ਪਰ ਹੁਣ ਕੋਵਿਡ ਤੋਂ ਬਾਅਦ 'ਚ ਵੀ ਕਾਫੀ ਪ੍ਰੋਬਲਮ ਰਹੀ ਆ। ਸੋ ਗਵਰਨਮੈਂਟ ਚੇਂਜ ਚਾਹੁੰਦੇ ਨੇ ਵੀ ਜਿਹੜੀ ਗਵਰਨਮੈਂਟ ਇਹੋ ਜਿਹੀ ਹੋਵੇ ਵੀ ਜਿਹੜੇ ਅਲਬਰਟਾ ਦੇ ਐਨਰਜੀ ਸੈਕਟਰ ਨੂੰ ਰਿਸਪੈਕਟ ਕਰਨ। ਐਂਡ ਐਬਸੋਲੂਟਲੀ ਕੰਜ਼ਰਵੇਟਿਵ ਪਾਰਟੀ ਰਿਸਪੈਕਟ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਇਸ ਚੀਜ਼ ਨੂੰ ਆਪਾਂ ਨੂੰ ਵਧਾਉਣਾ ਹੀ ਚਾਹੀਦੀ ਆ ਅਤੇ ਉਸੇ ਨਾਲ ਜੌਬਸ ਵੀ ਵੱਧ ਸਕਦੀਆਂ। ਸੋ ਉਸ ਚੀਜ਼ ਸੁਣ ਕੇ ਲੋਕ ਬਹੁਤ ਖੁਸ਼ ਨੇ ਅਤੇ ਕਹਿੰਦੇ ਵੀ ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਠੀਕ ਹੈ ਦੋਸਤੋ, ਜਿਵੇਂ ਉਪਲ ਸਾਹਿਬ ਨੇ ਦੱਸਿਆ ਹੈ ਕਿ ਸਵੇਰੇ ਵੋਟਾਂ ਪੈਣੀਆਂ ਨੇ। ਇੱਕ ਵੋਟ ਜਿਹੜੀ ਆ ਉਹ ਮਾਇਨੇ ਰੱਖਦੀ ਆ, ਅਤੇ ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ ਕਿ ਆਪਣੇ ਪਰਿਵਾਰ ਦੇ ਵਿੱਚੋਂ ਸਾਰੇ ਮੈਂਬਰ ਜਿਹੜੇ ਆ ਉਹ ਘੱਟ ਤੋਂ ਘੱਟ ਵੋਟ ਜਿਹੜੀ ਆ ਜ਼ਰੂਰ ਸਵੇਰੇ ਪਾ ਕੇ ਆਉਣ। ਜਿਵੇਂ ਉਪਲ ਸਾਹਿਬ ਨੇ ਦੱਸਿਆ ਹੀ ਆ ਕਿ ਐਡਵਾਂਸ ਪੋਲਿੰਗ ਦੇ ਵਿੱਚ ਕਾਫੀ ਵੋਟਾਂ ਪੈ ਚੁੱਕੀਆਂ ਨੇ, ਪਰ ਕੱਲ੍ਹ ਹੁਣ ਆਖਰੀ ਹੱਲਾ ਹੈਗਾ ਅਤੇ ਸ਼ਾਮ ਤੱਕ ਕੱਲ੍ਹ ਵੋਟਾਂ ਨੇ। ਕੋਈ ਵੀ ਵੋਟ ਜਿਹੜੀ ਆ ਉਹ ਘਰ ਨਹੀਂ ਰਹਿਣੀ ਚਾਹੀਦੀ ਅਤੇ ਜਾ ਕੇ ਵੋਟਾਂ ਪਾ ਕੇ ਆਓ, ਇਹੀ ਆਸ ਕਰਦੇ ਹਾਂ। ਅਤੇ ਕੱਲ੍ਹ ਨੂੰ ਇਸ ਵੇਲੇ ਫਿਰ ਨਤੀਜੇ ਜਿਹੜੇ ਆ ਉਹ ਪਤਾ ਲੱਗ ਜਾਣਗੇ। ਧੰਨਵਾਦ। ਹਾਂਜੀ, ਥੈਂਕ ਯੂ ਵੈਰੀ ਮੱਚ ਜੀ। ਅਤੇ ਕੱਲ੍ਹ ਨੂੰ ਵੋਟਾਂ ਪੈਣੀਆਂ ਸਵੇਰੇ 7:30 ਤੋਂ ਸ਼ਾਮ ਨੂੰ 7:30 ਤੱਕ। ਸੋ ਪਲੀਜ਼ ਕੁਛ ਟਾਈਮ ਕੱਢ ਕੇ ਜਿੰਨੀ ਵੀ ਘਰ ਦੀਆਂ ਵੋਟਾਂ ਪਲੀਜ਼ ਬੈਲਟ ਦੇ ਵਿੱਚ ਪਾ ਕੇ ਆਇਓ ਜੀ। ਐਂਡ ਥੈਂਕ ਯੂ ਵੈਰੀ ਮੱਚ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰਿਆਂ ਦਾ। Wadden TV presents the significance of today in our history. This day in history, the 19th of September. In the year 335 Dalmatius is raised to the rank of Caesar by his uncle Constantine I. Dalmatius was son of another Flavius Dalmatius, censor, and nephew of Constantine I. Dalmatius and his brother Hannibalianus were educated at Tolosa by Rhetorix Euperius. On the 18th of September 335, he was raised to the rank of Caesar, with the control of Thracia, Achaia and Macedonia. Dalmatius died in late summer 337, killed by his own soldiers. It is possible that his death was related to the purge that hit the imperial family at the death of Constantine, and organized by Constantius II with the aim of removing any possible claimant to the throne. In the year 1796, George Washington's farewell address as U.S. President is published. This speech was delivered by George Washington at the end of his second term of President of the United States. The address remains a benchmark in establishing American republicanism, foreign affairs policy, and national morality. In the year 1893, New Zealand becomes the first country to grant all women the right to vote. In the second half of the 19th century, like in other countries, women in New Zealand had been excluded from political life. Drawing strength from the broader American and Northern European movements for women's rights, some of New Zealand's leading suffrage campaigners argued that equal rights for women were necessary for the moral improvement of society. The New Zealand branch of the Women's Christian Temperance Union was a driving force behind the suffrage movement, which was energised by campaigners such as Kate Shepherd and Mary Ann Muller. By the start of 1893,
They had secured widespread support for women's suffrage, as shown through the thousands of names that began to appear on petitions. After previous attempts to pass bills to give women the right to vote had failed to make it through Parliament, the 1893 Women's Suffrage Petition led to a new electoral bill that would grant suffrage to women of all races, easily passing through the lower house. Year 1896. Beginning of the Bombay plague epidemic when Dr. Acacio Gabriel Vegas detects the first case in Manvi. Goes on to spread and kill 12 million in India. Even as the world grapples with the COVID-19 pandemic, several historians have harked back to the year 1918 when an influenza virus had a devastating global impact. However, very few have spoken about the Bombay bubonic plague in the late 19th century, which killed thousands in present-day Mumbai. Nonetheless, standing in the front lines against these deadly diseases are doctors and health workers who risk their own lives to save others. One such medical practitioner during the bubonic plague in Bombay who risked his life was Dr. Acacio Gabriel Vegas. Today on Doctor's Day, we revisit the heroic efforts of this Goan doctor who risked his life to treat 18,000 residents of Bombay from the deadly plague. It was in September 1896 when Dr. Vegas detected the first case of bubonic plague. After seeing other patients showing symptoms of bloodshot eyes, glandular swelling, high temperature and pulse rate, he was convinced of his diagnosis. By the end of 1896, reports from the time estimate that at least 1,900 people died per week. Many naturally fled the city, and the city's population had dropped from 8,20,000 in the 1891 census to 7,80,000 according to the 1901 census. It was during this time Dr. Vegas worked tirelessly to fight this epidemic. Identifying rats as carriers, he helped combat the spread as well. Once his diagnosis was proven correct, the governor of Bombay invited W.M. Hafkin, the Jewish-Russian bacteriologist who had developed the anti-cholera vaccine, to develop a vaccine for the bubonic plague. Working 3 months non-stop at a makeshift laboratory, he soon developed a vaccine ready for human trials. In fact, he reportedly tested the vaccine on himself. Armed with Hafkin's vaccine, Dr. Vegas personally inoculated nearly 18,000 residents. Besides discovering the plague and inoculating patients, he also launched a widespread campaign to clean up the slums and exterminate the rats responsible for carrying the plague. However, the campaign to eradicate the plague also witnessed severe misery and deprivation of the poor. Sadly, mistakes were also made in terms of letting some of the victims slip through the cracks and thus spread the disease to other parts of the country. The plague that ravaged India for 2 decades. In 1952, the United States bars Charlie Chaplin from re-entering the country after a trip to England. Banned from the U.S. Charlie Chaplin's next film, Limelight, released in 1952. Chaplin went to London to promote the film. His intention was to market this film on a European tour. But this trip gave the FBI the window they were waiting for. J. Edgar Hoover requested the Attorney General pull Chaplin's re-entry visa to the U.S. He insisted Chaplin was still under scrutiny for his pro-communist agenda and citizenship scandal. The AG agreed, and if Chaplin wanted to return to the U.S., he would have to reapply. If he did this, Chaplin would have to officially answer these allegations. It seemed this was a final straw for Charlie. After fighting accusations to his reputation for decades, he finally vowed to never return to the U.S. again. He and his family moved to Switzerland. But he still made movies. Chaplin responds with a film. In 1957, Chaplin made his next film. It was called A King in New York, but it was produced and premiered in England. Moreover, because of the communist scandal surrounding Chaplin in the US, he was still seen as a controversial figure. Therefore, despite the title, the film never aired in America. Because most Americans never watched it, they figured the film was a dig at their country because of how Chaplin was treated. However, the film is instead a satire, not necessarily of the American way, but of Hollywood and the House of Un-American Activities Committee. In the end, Chaplin did receive a cathartic moment. He returned to America in 1972 to accept an honorary Oscar. The crowd gave him a standing ovation. The lifelong funny man finally had to quiet the cheers after several minutes. 2007 Mega Siemens Dhoni named captain of Indian cricket team for the first time for the ICC World 2020. Captain of India and up against Pakistan. Tense?
Not really. It's always a crucial game. You know, this is our first 2020 match in the World Cup. You know, yesterday was washed off. So it's a good game for us and we are looking forward to it. That's flicked away in style. First boundary of the game. That's typical Sehwag. Uthappa getting into the act. He's got that away. And it's not that quick an outfield, but it'll still reach the boundary. ਦੋਸਤੋ ਕਦੇ ਕਦੇ ਮੌਕਾ ਮਿਲਦਾ ਹੈ ਰੇਸ਼ਲ ਨੋਟਲੀ ਵਰਗੀਆਂ ਹਸਤੀਆਂ ਨਾਲ ਗੱਲਬਾਤ ਕਰਨਾ ਸਾਡੀ ਟੀਵੀ ਉੱਪਰ ਜਦੋਂ ਸਰਕਾਰ ਦੇ ਵਿੱਚ ਸਨ ਉਦੋਂ ਤੇ ਤੁਹਾਨੂੰ ਪਤਾ ਤੁਹਾਡੇ ਰੂਬਰੂ ਕਰਦੇ ਰਹਿੰਦੇ ਸਾਂ ਹੁਣ ਵੀ ਬਿਜ਼ੀ ਬਹੁਤ ਨੇ ਇਹਨਾਂ ਦੇ ਰੁਝੇਵਿਆਂ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਉਣ ਲੱਗੇ ਨੇ ਰੇਸ਼ਲ ਨੋਟਲੀ ਵੈਲਕਮ Good to chat with you. Yeah. You know, we are going through such a difficult time and you have governed in not as good times. There were problems there too, but now this is a different problem we are facing, you know, COVID. So how is your response to whatever the current government is treating Albertans right now? Well, I mean, there's a lot of things to talk about, but I guess the first thing I would say is that, you know, as government, what we should be seeing from the government is we should see them showing up to work. And what's happened is this government has stood by over the last several weeks as the cases have become more and more worrisome in terms of the numbers. And as our hospitals have gotten under greater and greater pressure, and as our frontline healthcare providers have said, listen, this is becoming very serious. So that's the first thing. The other thing, of course, that we've been calling for in terms of supporting Albertans, and especially those Albertans who've gotten vaccinated, who've been following the rules, and especially those small business owners who have been struggling so much over the last 18 months, is that we put in place a vaccine passport. And that would allow a mandatory vaccine passport for non-essential services. And that would allow several things. It would keep people safe. It would allow people who've done the right thing to be able to go and enjoy their life, you know, with fewer restrictions. It would help the businesses grow again, and of course it would get more people vaccinated, and that's what we've seen in other provinces. So it's such a simple choice, and the refusal of this government to do that it's perplexing because so many Albertans want to see it happen, and it's a sign that this government and this premier and his cabinet are basically listening to a small fringe in their own caucus, and they're making those decisions at the expense of the best interests of Albertans. First it was Sky Palace issue and other issues, and now absences from, you know, contentious need that Albertans need right now, and Albertans see you everywhere, every day, and what do you have to say to Mr. Premier? Well, as I've said before, I think he has to show up to work. He has to take responsibility for the mess that we're in. He has to apologize to Albertans. And then he needs to present himself every day to Albertans. He needs to present a plan to get us out of this mess that he's put us in. And then he needs to report on it. And Albertans need to see their leadership hard at work, working on their behalf. People are stressed and anxious. It's not just the angry anti-vaxxers that are showing up at the occasional protest. All Albertans are worried, and this is a point where you would expect your leadership to show up and provide some assurances, and that's not what we're getting right now. ਦੋਸਤੋ ਗੱਲਬਾਤ ਕਰਨ ਜਾ ਰਹੇ ਹਾਂ ਜਸਬੀਰ ਦਿਓਲ ਹੋਣਾ ਦੇ ਨਾਲ ਜਿਹੜੇ ਕਿ ਐਡਮਿੰਟਨ ਮੈਡੋਜ਼ ਤੋਂ MLA NDP ਵੱਲੋਂ ਨੇ ਉਹਨਾਂ ਦੇ ਗ੍ਰਹਿ ਵਿਖੇ ਅੱਜ ਇਹਨਾਂ ਨੇ ਫੰਡ ਰੇਜ਼ਿੰਗ ਰੱਖਿਆ ਸੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਜਿਹੜੇ ਹੁਮਾ ਕੇ ਆਏ ਤੇ ਨਾਲ ਹੀ ਲੀਡਰ ਰੇਸ਼ਲ ਨੋਟਲੀ ਜਿਨ੍ਹਾਂ ਦੇ ਵਿਚਾਰ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਉਹ ਵੀ ਇੱਥੇ ਹਾਜ਼ਰ ਸਨ ਗੱਲਬਾਤ ਕਰਦੇ ਹਾਂ ਜਸਬੀਰ ਹੋਣਾ ਨਾਲ ਜਸਬੀਰ ਕਿਵੇਂ ਰਿਹਾ ਅੱਜ ਦਾ ਫੰਡ ਰੇਜ਼ਰ ਬਹੁਤ ਵਧੀਆ ਜੀ ਬੜੀ ਖੁਸ਼ੀ ਦੀ ਗੱਲ ਹੈ ਤੇ ਧੰਨਵਾਦ ਕਰਦਾ ਮੈਂ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਜਿਵੇਂ ਆਪਾਂ ਨੂੰ ਪਤਾ ਹੀ ਹੈ ਪਿਛਲੇ 2 ਸਾਲ ਤੋਂ ਹਾਲਾਤ ਬੜੇ ਜਿਹੜੇ ਡਿਫਰੈਂਟ ਨੇ ਹੈਲਥ ਰਿਸਟ੍ਰਿਕਸ਼ਨਸ ਜਿਹੜੀਆਂ ਉਹਨਾਂ ਦੇ ਵਿੱਚ ਸਾਨੂੰ ਰਹਿਣਾ ਪੈ ਰਿਹਾ ਤੇ ਅੱਗੋਂ ਵਿੰਟਰ ਜਿਹੜੀ ਆ ਉਹ ਆਉਣ ਵਾਲੀ ਆ ਸੋ ਇਹ ਸਾਰਾ ਕੁਝ ਦੇਖਦੇ ਆ ਇੱਕ ਛੋਟਾ ਜਿਹਾ ਇਵੈਂਟ ਜਿਹੜਾ ਆ
ਘਰ ਦੇ ਵਿੱਚ ਰੱਖਿਆ ਸੀ ਤੇ ਮੈਂ ਧੰਨਵਾਦੀ ਆ ਆਪਣੇ ਦੋਸਤਾਂ ਮਿੱਤਰਾਂ ਦਾ ਵੀ ਤੇ ਰੇਚਲ ਦਾ ਵੀ, ਜਿਹਨੇ ਮੈਨੂੰ ਇਨਕਰੇਜ ਕੀਤਾ ਕਿ ਇਹ ਇਵੈਂਟ ਆਪਾਂ ਇਸ ਸਾਲ ਕਰਨਾ ਹੀ ਕਰਨਾ ਆ। ਤੇ ਆਹ ਮੌਕਾ ਹੈਗਾ, ਮਹੀਨਾ ਆ, ਤੇ ਅੱਗੋਂ ਕਿਹੜੇ ਵੇਲੇ ਮੌਸਮ ਨੇ ਚੇਂਜ ਹੋ ਜਾਣਾ ਸਾਨੂੰ ਪਤਾ ਨਹੀਂ। ਤੇ ਇਵੈਂਟ ਮੈਂ ਸਮਝਦਾ ਕਿ ਇਹੋ ਮੇਰਾ ਨਹੀਂ ਸੀ, ਇਹੋ ਤੁਹਾਡਾ ਸੀ, ਜਿਹੜੇ ਸਾਰੇ ਦੋਸਤ ਮਿੱਤਰ ਤੇ ਇਕੱਠੇ ਹੋਏ ਨੇ ਤੇ ਜਿਹੜੀ ਉਹਨਾਂ ਨੇ ਹੈਲਪ ਕੀਤੀ ਆ। ਇਹ ਹੈਲਪ ਮੈਂ ਸਮਝਦਾ ਕੋਈ ਰੇਚਲ ਦੀ ਨਹੀਂ ਇਕੱਲੀ ਦੀ, ਕੋਈ ਮੇਰੀ ਨਹੀਂ ਇਕੱਲੇ ਦੀ। ਅਸੀਂ ਉਹ ਜਿਹੜੇ ਭਾਈਚਾਰੇ ਦੇ ਸਰੋਕਾਰ ਹੈ, ਭਾਈਚਾਰੇ ਦੇ ਜਿਹੜੇ ਇਸ਼ੂ ਆ, ਜਿਹੜੇ ਅਲਬਰਟਾ ਦੇ ਲੋਕਾਂ ਦੇ ਇਸ਼ੂ ਆ, ਜਿਹੜੇ ਅਲਬਰਟਾ ਦੇ ਆਪਣੇ ਇਸ਼ੂ ਆ, ਮੈਂ ਸਮਝਦਾ ਕਿ ਉਹਦੇ ਵਿੱਚ ਜਿਹੜੀ ਇੱਕ ਅਪਰੋਚ ਹੈ, ਅਸੀਂ ਸਿਰਫ ਉਹਦੀ ਰਿਫਲੈਕਸ਼ਨ ਆ, ਅਸੀਂ ਉਹਦੇ ਸਿੰਬਲ ਆ, ਅਸੀਂ ਉਹਨੂੰ ਬਿਲੋਂਗ ਕਰਦੇ ਹਾਂ। ਤੇ ਤੁਸੀਂ ਇਸ ਗੱਲ ਨੂੰ ਅੱਜ ਸਪੋਰਟ ਕੀਤਾ ਇੱਥੇ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਾਫੀ ਔਖੇ ਸਮੇਂ ਵਿੱਚੋਂ ਲੰਘ ਰਿਹਾ ਅਲਬਰਟਾ, ਜਿਹੜਾ ਸਾਰੀ ਦੁਨੀਆ ਹੀ, ਕੈਨੇਡਾ ਵੀ, ਲੇਕਿਨ ਅਲਬਰਟਾ ਦੇ ਵਿੱਚ ਆ ਜਿਹੜੀ ਹੁਣ ਚੌਥੀ ਵੇਵ ਆਈ ਆ, ਉਹਦੇ ਵਿੱਚ ਹੋਰ ਵੀ ਅਲਬਰਟਾ ਸੂਬੇ ਦੇ ਵਿੱਚ ਸਾਰੇ ਕੈਨੇਡਾ ਦੇ ਬਾਕੀ ਸੂਬਿਆਂ ਨਾਲੋਂ ਕੇਸ ਜਿਹੜੇ ਆ ਉਹ ਕੋਵਿਡ ਦੇ ਕਾਫੀ ਵੱਧ ਰਹੇ ਆ। ਸਰਕਾਰ ਜਿਹੜੀ ਆ ਉਹ ਸੁੱਤੀ ਪਈ ਆ, ਵੇਸਲੀ ਹੋਈ ਪਈ ਆ। ਰੇਸ਼ਲ ਨੂੰ ਦੇਖਦੇ ਆ ਲੋਕ, ਹਰ ਜਗ੍ਹਾ ਉਹ ਜਾਂਦੀ ਆ। NDP ਜਿਹੜੀ ਆ ਉਹਦੀ ਹਾਜ਼ਰੀ ਹਰ ਜਗ੍ਹਾ ਆ, ਪਰ ਜਿਹੜੀ ਸਰਕਾਰ ਆ ਉਹ ਇਸ ਵੇਲੇ ਗੈਰ ਹਾਜ਼ਰ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਕਹਿੰਦਾ ਵੀ ਜਦੋਂ ਸਿਆਸਤ ਦੇ ਵਿੱਚ ਪਾਰਟੀਆਂ ਦੀ ਡਿਫਰੈਂਟ ਅਪਰੋਚ ਹੁੰਦੀ ਆ, ਬੜੇ ਮੁੱਦਿਆਂ ਤੇ ਤੁਹਾਡੇ ਡਿਫਰੈਂਸਿਸ ਹੁੰਦੇ ਆ ਤੇ ਆਰਗੂਮੈਂਟ ਵੀ ਕਰੀਦੇ ਉਹਨਾਂ ਦੇ ਉੱਤੇ, ਪਰ ਇਹੋ ਜਿਹੇ ਹਾਲਾਤ ਜਿਹੜੇ ਆ ਕਦੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਵੀ ਸਿਆਸਤ ਜਿਹੜੀ ਆ ਕਿਸੇ ਸੂਬੇ 'ਚ ਹੋਣੀ ਆ ਜਾਂ ਤੁਹਾਨੂੰ ਫੇਸ ਕਰਨੀ ਪੈਣੀ ਆ। ਹਰ ਗੱਲ ਦੇ ਨਾਲ ਹੀ ਇਸ ਰੂਪ ਦੇ ਵਿੱਚ ਸਰਕਾਰ ਨੂੰ ਜਾਂ ਇਹ ਕਹਿ ਲਓ ਪ੍ਰੀਮੀਅਰ ਕੈਨੀ ਨੂੰ ਨਿੰਦਣਾ ਵੀ ਪੈਂਦਾ, ਬੁਰਾ ਵੀ ਲੱਗਦਾ, ਪਰ ਚੁਆਇਸ ਵੀ ਕੋਈ ਨਹੀਂ। ਇਸ ਵੇਲੇ ਹਾਲਾਤ ਇਹ ਆ ਵੀ ਜੇ ਜਿਹੜਾ ਅਲਬਰਟਾ ਆ, ਤੁਸੀਂ ਅੰਦਾਜ਼ਾ ਲਾਓ, ਕੋਈ ਐਡੀ ਵੱਡੀ ਪੋਰਟ ਨਹੀਂ ਹੈ ਇੱਥੇ, ਕੋਈ ਐਡਾ ਵੱਡਾ ਇੰਟਰਨੈਸ਼ਨਲ ਹੱਬ ਨਹੀਂ ਹੈ, ਏਅਰਪੋਰਟ ਨਹੀਂ ਹੈ। ਤੇ ਅੱਜ ਵੀ ਜਿਹੜਾ, ਜਦੋਂ ਅਸੀਂ ਪਿਛਲੀ ਵਾਰੀ ਕਹਿੰਦੇ ਸਭ ਪਰ ਕੈਪਟਾ ਕੇਸ ਵੱਧ ਗਏ ਨੇ, ਜਿਹੜਾ ਰੇਟ ਇਹਨਾਂ ਦਾ ਬੜਾ ਹਾਈ ਆ, ਇਸ ਵੇਲੇ ਜੇ ਤੁਸੀਂ ਕੰਬਾਈਨ ਕਰ ਲਓ ਜਿਹੜੀਆਂ ਕੈਨੇਡਾ ਦੀਆਂ ਬਹੁਤ ਵੱਡੀਆਂ ਪ੍ਰੋਵਿੰਸਸ ਜਾਂ ਵੱਡਾ ਏਰੀਆ ਹੈਗਾ, ਤੇ ਉਹਦੇ ਨਾਲੋਂ ਵੀ ਵੱਧ ਜਿਹੜੇ ਕੇਸ ਇੱਥੇ ਐਕਟਿਵ ਆ ਔਰ ਲਗਾਤਾਰ ਵੱਧ ਰਹੇ ਆ। ਔਰ ਤਾਂ ਪ੍ਰੀਮੀਅਰ ਇਹਦੇ ਵਿੱਚ ਲੰਬਾ ਸਮਾਂ ਜਿਹੜਾ ਗੈਰ ਹਾਜ਼ਰ ਰਿਹਾ। ਤੇ ਅਸੀਂ ਆਪਣਾ ਜਿਹੜਾ ਆਪੋਜੀਸ਼ਨ ਦਾ ਰੋਲ ਹੈ ਨਹੀਂ, ਅਸੀਂ ਇਹ ਸਮਝਦੇ ਕਿ ਅਲਬਰਟਨ ਦਾ ਰੋਲ ਜਿਹੜਾ ਅਲਬਰਟਨ ਹੋਣ ਦਾ, ਤੇ ਨਾਲ ਦੀ ਨਾਲ ਜਿਹੜੇ ਅਲਬਰਟਾ ਦੇ ਪੋਲੀਟੀਸ਼ੀਅਨ ਹੋਣ ਦਾ ਰੋਲ, ਲੋਕਾਂ ਦੇ ਰਿਪਰੈਜ਼ੈਂਟੇਟਿਵ ਹੋਣ ਦਾ ਰੋਲ, ਜਿਹੜਾ ਆਪਣੇ ਵੱਲੋਂ ਬਹੁਤ ਹੀ ਪੋਜ਼ਿਟਿਵਿਟੀ ਦੇ ਨਾਲ ਜਿਹੜਾ ਪੋਜ਼ਿਟਿਵ ਰਹਿ ਕੇ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਰਾ ਕੁਝ ਸਾਹਮਣੇ ਆ, ਡਾਕਟਰ ਬੋਲ ਰਹੇ ਨੇ, ਜਿਹੜੇ ਰਿਸਰਚ ਕਰ ਰਹੇ ਨੇ, ਐਕਸਪਰਟਸ ਨੇ, ਉਹ ਆਪਣੀ ਫੀਡਬੈਕ ਦੇ ਰਹੇ ਨੇ। ਅਨਫੋਰਚੂਨੇਟਲੀ ਸਰਕਾਰ ਜਿਹੜੀ ਆ 1 ਵੀਕ ਨਹੀਂ, 2 ਵੀਕ ਨਹੀਂ, ਰੇਚਲ ਨੇ ਜਿਵੇਂ ਕਿਹਾ ਹੀ ਸੀਗਾ ਭਈ 3 ਵੀਕ ਨਹੀਂ, ਉਹ ਲੱਭੀ ਨਹੀਂ, ਕਈ ਹਫ਼ਤੇ ਨਹੀਂ ਲੱਭੀ। ਮੀਡੀਆ ਲੱਭਦਾ ਰਿਹਾ, ਲੋਕ ਲੱਭਦੇ ਰਹੇ ਵੀ ਜੇ ਪ੍ਰੀਮੀਅਰ ਹੈ ਨਹੀਂ, ਕੋਈ ਹੋਰ ਇੰਚਾਰਜ ਹੋਊਗਾ, ਜੇ ਹੈਲਥ ਮਿਨਿਸਟਰ ਹੈ ਨਹੀਂ, ਕੋਈ ਹੋਰ ਇੰਚਾਰਜ ਹੋਊਗਾ। ਤੇ ਹਾਲਾਤ ਇਹ ਆ ਕਿ ਇੱਥੇ ਲਿਆ ਕੇ ਸਿੱਟ ਦਿੱਤਾ। ਤੇ ਹਾਲ ਜਿਹੜੀ ਉਦੋਂ ਵੀ ਅਗਲੀ ਗੱਲ ਆ ਵੀ ਜਿਹੜੇ ਸਕੂਲ ਬੋਰਡ ਆ, ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦਿੱਤੀ, ਉਹਨਾਂ ਨੂੰ ਕੋਈ ਹੈਲਪ ਨਹੀਂ ਕੀਤੀ। ਆਪਣੇ ਰਿਜ਼ਰਵ ਫੰਡ ਜਿਹੜੇ ਉਹ ਕੱਢ ਕੇ ਵਿਚਾਰੇ ਜਿਹੜੇ ਇਸ ਢੰਗ ਦੇ ਨਾਲ ਬੱਚਿਆਂ ਨੂੰ, ਬੱਚਿਆਂ ਦੇ ਪੇਰੈਂਟਸ ਨੂੰ, ਟੀਚਰਾਂ ਨੂੰ, ਸਟਾਫ ਨੂੰ ਪ੍ਰੋਟੈਕਟ ਕਰਨ 'ਚ ਲੱਗੇ ਹੋਏ ਨੇ ਕਿ ਕਿਸੇ ਤਰ੍ਹਾਂ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ, ਬੱਚਿਆਂ ਦਾ ਜਿਹੜਾ ਫਿਊਚਰ ਹੈ, ਬੱਚਿਆਂ ਦੀ ਜਿਹੜੀ ਲਾਈਫ ਆ, ਉਹਦੇ 'ਤੇ ਕੋਈ ਮਾੜਾ ਇੰਪੈਕਟ ਨਾ ਹੋਵੇ। ਪਰ ਇਸ ਤਰ੍ਹਾਂ ਦੀਆਂ ਖਬਰਾਂ ਜਿੱਦਾਂ ਦੀਆਂ ਆ ਰਹੀਆਂ ਆ, ਲੱਗਦਾ ਇਹ ਆ ਵੀ ਬਹੁਤ ਬੁਰੇ ਪ੍ਰਭਾਵ ਕੋਵਿਡ ਦੀ ਜਿਹੜੀ 4th ਵੇਵ ਆ ਉਹਦੇ ਹੋਣ ਵਾਲੇ ਆ। ਤੇ ਅਪੀਲ ਕਰਦੇ ਆ ਕਿ ਸਰਕਾਰ ਨੂੰ ਹਜੇ ਵੀ ਉਹ ਕੰਧ 'ਤੇ ਜਿਹੜਾ ਲਿਖਿਆ ਉਹਨੂੰ ਪੜ੍ਹਨਾ ਚਾਹੀਦਾ ਆ ਤਾਂ ਕਿ ਲੋਕਾਂ ਨੂੰ ਬਚਾਇਆ ਜਾ ਸਕੇ। ਮੈਂ ਸਮਝਦਾ ਕਿ ਜਿਹੜੇ ਪਿਛਲੇ ਇਹ ਇੱਕਦਮ ਜਿਵੇਂ ਹੀ ਸਰਕਾਰ ਦੇ ਆਰਡਰ ਹੁੰਦੇ ਲੋਕ ਫੋਲੋ ਕਰਦੇ ਨੇ, ਬਹੁਤ ਵਧੀਆ ਇੱਥੇ ਦੇ ਹਾਲਾਤ ਹੋ ਗਏ ਸੀ। ਜਿਸ ਤਰ੍ਹਾਂ ਦੀਆਂ ਸਰਕਾਰ ਨੇ ਮੂਰਖਤਾਈਆਂ ਕੀਤੀਆਂ ਔਰ ਜਿਹੜੇ ਲੋਕ ਇਸ ਸਾਰੇ ਸਮੇਂ ਦੌਰਾਨ ਆਪਣੀ ਜਾਨ ਗਵਾ ਗਏ ਆ, ਜਿਹੜੇ ਪਰਿਵਾਰ ਜਿਨ੍ਹਾਂ ਨੇ ਆਪਣੇ ਬਹੁਤ ਹੀ ਪਿਆਰੇ ਲਵਡ ਵਨਸ ਜਾਂ ਰਿਸ਼ਤੇਦਾਰ ਜਿਹੜੇ ਗਵਾ ਲਏ, ਇਸ ਦਾ ਉਹਨਾਂ ਦਾ ਕੀ ਕਸੂਰ ਸੀ? ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਔਰ ਜਿਹੜਾ ਹੈਲਥ ਕੇਅਰ ਦਾ ਸਿਸਟਮ ਹੈ ਉਹ ਇੰਨੇ ਦਬਾਅ ਥੱਲੇ, ਇੰਨੇ ਪ੍ਰੈਸ਼ਰ ਥੱਲੇ ਆ ਕਿ ਸਾਰੇ ਜਿਹੜੇ ਬੈੱਡ ਨੇ ਉਹ ਕੋਵਿਡ ਦੇ ਮਰੀਜ਼ਾਂ ਨਾਲ ਭਰੇ ਪਏ ਨੇ। ਇੱਥੋਂ ਤੱਕ ਕਿ ਕੈਂਸਰ ਦੇ ਮਰੀਜ਼ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਸਰਜਰੀਜ਼ ਕੈਂਸਲ ਹੋ ਰਹੀਆਂ, ਜਿਹੜੀਆਂ ਹੋਰ ਆਰਥੋਪੀਡਿਕ ਸਰਜਰੀਆਂ ਕੈਂਸਲ ਹੋ ਰਹੀਆਂ। ਸਥਿਤੀ ਬਹੁਤ ਡਰਾਉਣੀ ਆ ਔਰ ਸਰਕਾਰ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਤੇ ਹਜੇ ਵੀ ਸਰਕਾਰ ਨੂੰ ਜਿਹੜਾ ਮੈਂ ਸਮਝਦਾ ਕਿ ਉਹ ਸਮਝ ਕੇ ਲੋਕਾਂ ਦਾ ਜਿਹੜਾ ਰੋਹ ਆ ਉਹਨੂੰ ਸਮਝ ਕੇ ਤੇ ਸਹੀ ਜਿਹੜੀ ਅਪਰੋਚ ਆ ਉਹ ਲੈਣੀ ਚਾਹੀਦੀ ਹੈ। Looking for high quality, fully customizable windows and doors for your next project? Come visit Durabolt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton, our team will ensure your new windows and doors encourage friends and neighbors to take notice.
Visit a design gallery today or schedule an in-home consultation. Call us at 1-800-544-3815 or visit our website at durabuiltwindows.com. ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। Are you satisfied now? It's more than enough. Kapil ji, you're the best. ਥੈਂਕ ਯੂ ਕਪਲ ਸਾਹਿਬ, ਤੁਸੀਂ ਤੇ ਕਮਾਲ ਕਰਦੇ ਹੋ। ਥੈਂਕ ਯੂ। Thank you very much. You're one of the best accountants I ever found. KP Accounting and Tax Services ਦਾ ਪਤਾ ਹੈ 9218 34th Avenue ਤੇ ਫੋਨ ਨੰਬਰ 7804692677। ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਤੇ ਸਿਆਣੇ ਬਰਿਸਟਰ ਅਤੇ ਸੋਲਿਸਿਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤੇ ਵੀ ਆਰ ਆਲਵੇਜ਼ ਐਟ ਯੂਰ ਸਰਵਿਸ। ਯੂ ਕੈਨ ਕਾਲ ਮੀ ਐਨੀ ਟਾਈਮ। ਮਾਈ ਫੋਨ ਨੰਬਰ ਇਜ਼ 7804664660। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟੀਸਫਾਈਡ ਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾਓ। ਪਿਛਲੇ 18 ਸਾਲਾਂ ਤੋਂ ਐਡਮਿੰਟਨ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੀਅਲ ਏਸਟੇਟ ਦੀਆਂ ਸੇਵਾਵਾਂ ਨਿਭਾ ਰਹੇ ਹਰਜੀਤ ਸੰਧੂ ਵੱਲੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਵੀ ਸ਼ੁਰੂ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਹੈਲਥ ਐਂਡ ਡੈਂਟਲ ਗਰੁੱਪ ਬੈਨੀਫਿਟਸ, RRSP, ਬੱਚਿਆਂ ਦੀ RESP, ਸੁਪਰ ਵੀਜ਼ਾ ਇੰਸ਼ੋਰੈਂਸ, ਟਰੈਵਲ ਅਤੇ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 7802333100। For real estate and insurance, remember one name, Harjeet Sandhu, 780 233 3100। ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਤੇ ਸਿਆਣੇ ਬਰਿਸਟਰ ਅਤੇ ਸੋਲਿਸਿਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤੇ ਵੀ ਆਰ ਆਲਵੇਜ਼ ਐਟ ਯੂਰ ਸਰਵਿਸ। ਯੂ ਕੈਨ ਕਾਲ ਮੀ ਐਨੀ ਟਾਈਮ। ਮਾਈ ਫੋਨ ਨੰਬਰ ਇਜ਼ 7804664660। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟੀਸਫਾਈਡ ਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾ ਆਫਿਸ। ਦੋਸਤੋ, ਪਿਛਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਤੁਸਾਂ ਨੇ ਟਿਪਸ ਦੇਖੇ ਸਰਜਨ ਲੂਥਰਾ ਹੋਰਾਂ ਤੋਂ ਤੇ ਤੁਸਾਂ ਨੇ ਪਸੰਦ ਵੀ ਕੀਤੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਕੁਝ ਟਿਪਸ ਲੈ ਕੇ ਹਾਜ਼ਰ ਹਾਂ ਤੇ ਇਹ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਰਜਨ ਲੂਥਰਾ ਜੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਐਡਮਿੰਟਨ ਸ਼ਹਿਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅੱਜ ਅਸੀਂ ਗੱਲਬਾਤ ਕਰਾਂਗੇ PR ਕਾਰਡ ਬਾਰੇ। ਕੁਝ ਇੱਕ ਲੋਕ ਜਿਹੜੇ ਕੈਨੇਡਾ ਤੋਂ ਇੰਡੀਆ ਜਾਂਦੇ ਨੇ ਤੇ ਉਹਨਾਂ ਦਾ ਉੱਥੇ ਜਾ ਕੇ ਜੇ PR ਕਾਰਡ ਐਕਸਪਾਇਰ ਹੋ ਜਾਂਦਾ ਹੈ ਤਾਂ ਉਹਦੇ ਬਾਰੇ ਕੀ ਕਰਨਾ ਚਾਹੀਦਾ। ਲੂਥਰਾ ਸਾਹਿਬ, ਇਹਦੇ ਬਾਰੇ ਦੱਸੋ ਜੀ। ਕਈ ਲੋਕ ਸੋਚਦੇ ਨੇ ਕਿ ਜੇ ਸਾਡਾ PR ਕਾਰਡ ਐਕਸਪਾਇਰ ਹੋ ਗਿਆ ਤੇ ਅਸੀਂ ਕੈਨੇਡਾ ਵਾਪਸ ਨਹੀਂ ਜਾ ਸਕਦੇ। ਜਿਹੜੇ ਵੀ ਬੰਦੇ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਫਸ ਜਾਂਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਪ੍ਰੋਵਾਈਡਡ ਉਹਨਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਦੀ ਰਿਕੁਆਇਰਮੈਂਟ ਫੁੱਲਫਿਲ ਕਰਦੇ ਹੋਣ ਤੇ ਦੇ ਕੈਨ ਕੰਟੈਕਟ ਜਿਹੜੀ ਹੈਗੀ ਆਪਣੀ ਕੈਨੇਡੀਅਨ ਐਮਬੈਸੀ ਨੂੰ ਕੰਟੈਕਟ ਕਰ ਦੇਣ ਤੇ ਉਹ ਉਹਨਾਂ ਨੂੰ ਪੇਪਰ ਦੇ ਦਿੰਦੇ ਨੇ ਜਿਹਦੇ ਨਾਲ ਉਹ ਟਰੈਵਲ ਕਰ ਸਕਦੇ ਨੇ, ਆ ਕੇ ਆਪਣਾ PR ਕਾਰਡ ਲੈ ਸਕਦੇ ਨੇ। ਜੇ ਉਹਨਾਂ ਨੂੰ ਕੋਈ ਇਸ ਮਾਮਲੇ 'ਚ ਕੋਈ ਡਿਫੀਕਲਟੀ ਹੋਏ ਤੇ ਅਸੀਂ ਆਲਵੇਜ਼ ਹਾਜ਼ਰ ਹਾਂ। ਲੂਥਰਾ ਸਾਹਿਬ, ਕਈ ਲੋਕ ਸੋਚਦੇ ਨੇ ਸਾਡਾ PR ਜਿਹੜਾ ਐਕਸਪਾਇਰ ਹੋ ਗਿਆ, ਜੇ ਉਹ ਸਰੈਂਡਰ ਕਰਨਾ ਚਾਹੁੰਦੇ ਨੇ ਆਪਣਾ PR ਜਾਂ ਜਿਹੜੀ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਆ ਉਹ ਸਰੈਂਡਰ ਕਰਨਾ ਚਾਹੁੰਦੇ ਨੇ, ਉਹਦੇ ਬਾਰੇ ਥੋੜ੍ਹਾ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਭਾਈ ਸਾਹਿਬ, ਜੇ ਨਾ ਆਉਣਗੇ ਤੇ ਆਪਣੇ ਆਪ ਹੀ ਖਤਮ ਹੋ ਜਾਣਾ PR, ਉਹ ਤੇ ਸਿੱਧੀ ਜੀ ਹੈਗੀ ਗੱਲ। ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਤੇ ਸਿਆਣੇ ਬਰਿਸਟਰ ਅਤੇ ਸੋਲਿਸਿਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤੇ ਵੀ ਆਰ ਆਲਵੇਜ਼ ਐਟ ਯੂਰ ਸਰਵਿਸ। ਯੂ ਕੈਨ ਕਾਲ ਮੀ ਐਨੀ ਟਾਈਮ। ਮਾਈ ਫੋਨ ਨੰਬਰ ਇਜ਼ 7804664660। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟੀਸਫਾਈਡ ਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾ ਆਫਿਸ। ਦੋਸਤੋ, ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਮਾਰਲਨ ਸ਼ਮਿਟ, MLA ਫਰਮ NDP ਐਡਮਿੰਟਨ ਗੋਲਡ ਬਾਰ ਤੋਂ।
ਮਾਰਲੈਂਡ 2015 ਵਿੱਚ ਜਦੋਂ NDP ਪਾਵਰ ਵਿੱਚ ਆਈ ਸੀ ਉਦੋਂ ਹੀ MLA ਬਣੇ ਸੀ ਤੇ ਉਦੋਂ ਕੈਬਨਿਟ ਦੇ ਵਿੱਚ ਵੀ ਸੀਗੇ, ਐਡਵਾਂਸਡ ਐਜੂਕੇਸ਼ਨ ਮਿਨਿਸਟਰ ਸੀਗੇ। ਉਹਨਾਂ ਨਾਲ ਗੱਲਬਾਤ ਕਰਦੇ ਆ। ਅੱਜ ਜਦੋਂ 2 ਸਾਲ ਲੰਘ ਗਏ ਆ, 2.5 ਸਾਲ ਹੀ ਹੋ ਚੱਲੇ ਆ ਇਲੈਕਸ਼ਨ ਨੂੰ ਤੇ ਅੱਗੋਂ 1.5-2 ਸਾਲ ਹੋਰ ਰਹਿ ਰਹੇ ਆ। ਗੱਲਬਾਤ ਕਰਦੇ ਆ। ਮਾਰਲਨ, ਵੈਲਕਮ। Oh, thank you very much for having me here. You've been a minister in Rachel Notley's government from 2015, and now you are in opposition as MLA. Tell us about your experience as minister and as opposition NDP MLA. Well, when we were in government, Rachel, of course, was Premier, and I was pleased to be part of her cabinet. And we steered Alberta through some really difficult challenges. We had low oil prices, a sagging economy. We had the forest fires in Fort McMurray. We had some serious problems that we had to deal with. And we did our best to try to look after the people of Alberta during their hardest times, right? To make sure that they had money in their pockets to put food on the table and keep a roof over their heads, that they could count on health care to be there for them when they needed it, that they could count on their kids being able to go to high quality schools so that they could get the education that they needed. And we were proud of our record of looking after Albertans during some really challenging times. It's been really disheartening to see this current government really abandon the people of Alberta during the hardest time that I can remember that this province has ever been through. Jason Kenney has left people to deal with the pandemic on their own. They're letting the healthcare system get overwhelmed. They're letting our kids get sick at schools, and they have nothing to say about it. And it's incredibly upsetting to me, as it is to many of your viewers, many of the people in my constituency. They're incredibly upset that their government has abandoned us. And we're working hard to make sure that we can show people a better way, that government can be there to look after people and take care of everyone in our community. Any improvement you would like to see as past advanced education minister that you were doing and are not being done right now? Oh, there's so many things. I mean, COVID, of course, is still top of mind. There's a lot that we need to do to get the COVID pandemic under control, right? And we've talked about implementing vaccine passports to keep people safe when they're out in public. We've talked about the need to base our decisions on science and rely on the best doctors and scientists in the province to give us advice. But moreover, we need more people in schools. We need more teachers in schools. We need an advanced education system that can take in the number of students. We've seen the student population grow by huge numbers, and if anybody out there has kids who are looking at university or college, they know that it's really competitive to get into those spaces because we just haven't made the investments. I mean, I could talk all night about the things that need to be done to get this province on the right track, but those are just some of the things that have been top of mind for my constituents. So what are you looking at next year and a half, or it could be sooner? It can be, more than that. Next election, and once NDP comes in power, what will change? Well, first of all, I think we will make the investments that we need in healthcare. There's going to be a huge backlog of people who have not gotten the treatment that they needed because the system has been overwhelmed with COVID. So we'll need to make sure that we have doctors, we have nurses, we have all the other healthcare workers that we need to take care of the people who will need to be looked after because of the backlog, like I said. We still have a huge number of young people who need spaces in good schools. So building the schools, making sure that they're affordable for families, and we need to get jobs for people, right? Our unemployment is high, and we need to be looking forward to building the economy of the future to make sure that the people here of Alberta have the jobs that they need to look after their families.
ਪਿਛਲੇ 18 ਸਾਲਾਂ ਤੋਂ ਐਡਮਿੰਟਨ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੀਅਲ ਏਸਟੇਟ ਦੀਆਂ ਸੇਵਾਵਾਂ ਨਿਭਾ ਰਹੇ ਹਰਜੀਤ ਸੰਧੂ ਵੱਲੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਵੀ ਸ਼ੁਰੂ। Life insurance, critical illness, disability, health and dental group benefits. RRSP ਬੱਚਿਆਂ ਦੀ RESP, ਸੁਪਰ ਵੀਜ਼ਾ ਇੰਸ਼ੋਰੈਂਸ, ਟਰੈਵਲ ਅਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 7802333100। For real estate and insurance, remember one name, Harjeet Sandhu, 780 233 3100. Looking for high-quality, fully customizable windows and doors for your next project? Come visit Durabuilt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabuiltwindows.com. To match the sizes that are on site, to match the hinge locations, the lock locations, so that the fit up is easy and it makes it easier for the installer to put the doors into existing jambs that are on the houses already. I love Edmonton. I want to stay Edmonton, and we want to help the community and plus Canadian stuff. But definitely we're getting bigger out there, and this is kind of our niche to do these custom projects and make everything look fancy. Lots of people love it. People said, "Oh, that's why name is Fancy Doors." ਦੋਸਤੋ ਸਾਡੇ ਨਾਲ ਨਾਈਜਲ ਲੋਗਨ ਉਮੀਦਵਾਰ ਨੇ NDP ਵੱਲੋਂ ਐਡਮਿੰਟਨ ਮਿਲਵੁੱਡ ਚੋਂ ਗੱਲਬਾਤ ਕਰਦੇ ਹਾਂ। ਨਾਈਜਲ ਵੈਲਕਮ। Thank you for having me. ਸਤਿ ਸ਼੍ਰੀ ਅਕਾਲ। How do you feel in 2 years there's a re-election, midterm election, and 2 years ago and now after 2 years, how do you feel in the air when you go door knocking? Honestly, it's very positive. Last election was a very contentious one. It seemed like coming right after the provincial, but the support is completely different. I've people reaching out to me constantly for signs, pledging donations that I didn't even ask for, which really makes me feel happy. But it's just a totally different election. I think part of it is people are frustrated about having to do a federal election. And it really shouldn't have happened, but we're going to fight one if we need to. Your leader, Jagmeet Singh, was here, I think, a couple of weeks ago in Edmonton, Bonnie Doon. I saw him there in their campaign. How is his performance compared to other leaders, you think? Well, the leaders' debate is right now, and in fact, I can't judge him on the English side, but the French side, which I have learned over the last few years, he was excellent. He's talking about all the right things, even in Quebec where it can be sometimes contentious. He's talking about the very important issues about racism and discrimination, and really what matters to all Canadians, which is healthcare, dental care, getting us through this COVID pandemic. All of these are important issues, and that's what we're talking about on the campaign too. You're going for door knocking, I'm sure, and what are the issues that you are facing right now from the constituents? So the number one thing I keep hearing about is our healthcare system. And I know we keep hearing about that's provincial jurisdiction, but the fact is our nurses and doctors are suffering and they're burning out. We're full of ICU spaces. And right now it seems like the worst excesses of the Jason Kenney government are really only being stopped at the federal level. And really that's only happening because of the minority government situation. We'd have no CERB, we'd have no Canada wage subsidy, nothing like that if we didn't have an NDP caucus holding the balance of power. So people are pleased with the NDP's performance, and that's what we're running on. We have a record, and we know what the NDP can do in government. We saw it with Rachel. 1 week left. What do you think is going to happen on September 20th? I'm not going to speculate. I know you always want. I know the media always wants those answers,
But honestly, I'm feeling a really positive vibe from this campaign. Like, there's a lot of support. The provincial and federal NDP are friends. We're working hard on the same issues. Childcare keeps coming up the doors. I can't predict, but I will say I'm the only candidate in this riding that lives in the riding. And I'm hearing a lot from people who are tired of the cynicism of that kind of thing, that kind of politics. So that's I'm just going to keep bringing my message and bringing the NDP's platform to people and see what they think. ਦੋਸਤੋ PC ਪਾਰਟੀ ਦੇ ਐਡਮਿੰਟਨ ਮਿਲਵਰਡਸ ਤੋਂ ਉਮੀਦਵਾਰ ਟਿਮ ਉਪਲ ਹੋਣਾ ਦੇ ਕੈਂਪੇਨ ਆਫਿਸ ਪਹੁੰਚੇ ਹਾਂ ਅਸੀਂ ਤੁਹਾਡੇ ਸਾਰਿਆਂ ਨਾਲ ਰੂਬਰੂ ਕਰਾਉਣ ਵਾਸਤੇ। ਆਖਰੀ ਟਾਈਮ ਹੈ ਵੋਟਾਂ ਤੋਂ ਪਹਿਲਾਂ। ਉਪਲ ਸਾਹਿਬ 1 ਮਹੀਨਾ ਪੂਰੀ ਭੱਜਣਾ ਸੀ ਫਿਰ। ਐਕਚੁਅਲੀ ਆ ਪੂਰੇ ਰਹੀ ਵੀ ਬਨ ਗੋਇੰਗ ਡੋਰ ਟੂ ਡੋਰ ਜਾ ਕੇ ਕਰਦੇ ਰਹੇ। ਬਹੁਤ ਸਾਰੀਆਂ ਵੋਟਾਂ ਐਡਵਾਂਸ ਪੋਲ 'ਚ ਵੀ ਪਈਆਂ ਨੇ, ਸੋ ਥੈਂਕ ਯੂ ਵੈਰੀ ਮੱਚ ਜਿਨ੍ਹਾਂ ਨੇ ਐਡਵਾਂਸ ਪੋਲ ਦੇ ਵਿੱਚ ਵੋਟ ਪਾਈਆਂ। ਅਤੇ ਫਿਰ ਹੁਣ ਕੱਲ੍ਹ ਨੂੰ ਇਲੈਕਸ਼ਨ ਆ, ਸੋ ਪਲੀਜ਼ ਜਿਵੇਂ ਵੀ ਪਿਛਲੀ ਇਲੈਕਸ਼ਨ ਵਾਂਗੂ ਵੀ ਤੁਸੀਂ ਸਪੋਰਟ ਕਰਦੇ ਰਹੇ, ਉਸੇ ਤਰ੍ਹਾਂ ਹੀ ਪਲੀਜ਼ ਟਾਈਮ ਆਪਣੇ ਕੀਮਤੀ ਸਮੇਂ ਦੇ ਵਿੱਚ ਕੁਛ ਟਾਈਮ ਕੱਢ ਕੇ ਵੋਟ ਜ਼ਰੂਰ ਪਾ ਕੇ ਆਏ। ਕਿਵੇਂ ਰਿਹਾ ਡੋਰ ਨੌਕਿੰਗ ਜਿਹੜੀ ਆ 1 ਮਹੀਨਾ ਪੂਰਾ ਤੁਸੀਂ ਉਹਦੇ ਵਿੱਚ ਮੇਰੇ ਖਿਆਲ ਹਜ਼ਾਰਾਂ ਹੀ ਲੋਕਾਂ ਨੂੰ ਮਿਲੇ ਹੋਗੇ, ਕਿਹੋ ਜਿਹਾ ਰਿਸਪੌਂਸ ਰਿਹਾ? ਰਿਸਪੌਂਸ ਬਹੁਤ ਵਧੀਆ ਰਿਹਾ ਜੀ। ਲੋਕ ਚੇਂਜ ਚਾਹੁੰਦੇ ਨੇ ਅਤੇ ਉਸ ਦੇ ਵਿੱਚ ਬਹੁਤ ਲੋਕ ਕਹਿੰਦੇ ਨੇ ਕਿ ਵੀ ਜਿਹੜੀ ਐਕਨੋਮਿਕ ਸਿਚੁਏਸ਼ਨ ਹੈ ਇੱਥੇ ਅਲਬਰਟਾ ਦੇ ਵਿੱਚ, ਖਾਸ ਇੱਥੇ ਐਡਮਿੰਟਨ ਮਿਲਵਰਡਸ ਦੇ ਵਿੱਚ, ਉਹ ਕਾਫੀ ਕੁਛ ਸਾਲਾਂ ਤੋਂ ਮਾੜਾ ਰਿਹਾ, ਈਵਨ ਬਿਫੋਰ ਕੋਵਿਡ। ਪਰ ਹੁਣ ਕੋਵਿਡ ਤੋਂ ਬਾਅਦ 'ਚ ਵੀ ਕਾਫੀ ਪ੍ਰੋਬਲਮ ਰਹੀ ਆ। ਸੋ ਗਵਰਨਮੈਂਟ ਚੇਂਜ ਚਾਹੁੰਦੇ ਨੇ ਵੀ ਜਿਹੜੀ ਗਵਰਨਮੈਂਟ ਇਹੋ ਜਿਹੀ ਹੋਵੇ ਵੀ ਜਿਹੜੇ ਅਲਬਰਟਾ ਦੇ ਐਨਰਜੀ ਸੈਕਟਰ ਨੂੰ ਰਿਸਪੈਕਟ ਕਰਨ। ਐਂਡ ਐਬਸੋਲੂਟਲੀ ਕੰਜ਼ਰਵੇਟਿਵ ਪਾਰਟੀ ਰਿਸਪੈਕਟ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਇਸ ਚੀਜ਼ ਨੂੰ ਆਪਾਂ ਨੂੰ ਵਧਾਉਣਾ ਹੀ ਚਾਹੀਦੀ ਆ ਅਤੇ ਉਸੇ ਨਾਲ ਜੋਬਸ ਵੀ ਵੱਧ ਸਕਦੀਆਂ। ਸੋ ਉਸ ਚੀਜ਼ ਸੁਣ ਕੇ ਲੋਕ ਬਹੁਤ ਖੁਸ਼ ਨੇ ਅਤੇ ਕਹਿੰਦੇ ਵੀ ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਠੀਕ ਹੈ ਦੋਸਤੋ, ਜਿਵੇਂ ਉਪਲ ਸਾਹਿਬ ਨੇ ਦੱਸਿਆ ਹੈ ਕਿ ਸਵੇਰੇ ਵੋਟਾਂ ਪੈਣੀਆਂ ਨੇ। ਇੱਕ ਵੋਟ ਜਿਹੜੀ ਆ ਉਹ ਮਾਇਨੇ ਰੱਖਦੀ ਆ, ਅਤੇ ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ ਕਿ ਆਪਣੇ ਪਰਿਵਾਰ ਦੇ ਵਿੱਚੋਂ ਸਾਰੇ ਮੈਂਬਰ ਜਿਹੜੇ ਆ ਉਹ ਘੱਟ ਤੋਂ ਘੱਟ ਵੋਟ ਜਿਹੜੀ ਆ ਜ਼ਰੂਰ ਸਵੇਰੇ ਪਾ ਕੇ ਆਉਣ। ਜਿਵੇਂ ਉਪਲ ਸਾਹਿਬ ਨੇ ਦੱਸਿਆ ਹੀ ਆ ਕਿ ਐਡਵਾਂਸ ਪੋਲਿੰਗ ਦੇ ਵਿੱਚ ਕਾਫੀ ਵੋਟਾਂ ਪੈ ਚੁੱਕੀਆਂ ਨੇ, ਪਰ ਕੱਲ੍ਹ ਹੁਣ ਆਖਰੀ ਹੱਲਾ ਹੈਗਾ ਅਤੇ ਸ਼ਾਮ ਤੱਕ ਕੱਲ੍ਹ ਵੋਟਾਂ ਨੇ। ਕੋਈ ਵੀ ਵੋਟ ਜਿਹੜੀ ਆ ਉਹ ਘਰ ਨਹੀਂ ਰਹਿਣੀ ਚਾਹੀਦੀ, ਅਤੇ ਜਾ ਕੇ ਵੋਟਾਂ ਪਾ ਕੇ ਆਓ, ਇਹੀ ਆਸ ਕਰਦੇ ਹਾਂ। ਅਤੇ ਕੱਲ੍ਹ ਨੂੰ ਇਸ ਵੇਲੇ ਫਿਰ ਨਤੀਜੇ ਜਿਹੜੇ ਆ ਉਹ ਪਤਾ ਲੱਗ ਜਾਣਗੇ। ਧੰਨਵਾਦ। ਹਾਂਜੀ, ਥੈਂਕ ਯੂ ਵੈਰੀ ਮੱਚ ਜੀ। ਅਤੇ ਕੱਲ੍ਹ ਨੂੰ ਵੋਟਾਂ ਪੈਣੀਆਂ ਸਵੇਰੇ 7:30 ਤੋਂ ਸ਼ਾਮ ਨੂੰ 7:30 ਤੱਕ। ਸੋ ਪਲੀਜ਼ ਕੁਛ ਟਾਈਮ ਕੱਢ ਕੇ ਜਿੰਨੀ ਵੀ ਕਰਦੀਆਂ ਵੋਟਾਂ ਪਲੀਜ਼ ਬੈਲਟ ਦੇ ਵਿੱਚ ਪਾ ਕੇ ਆਇਓ ਜੀ। ਐਂਡ ਥੈਂਕ ਯੂ ਵੈਰੀ ਮੱਚ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰਿਆਂ ਦਾ। ਅੱਜ ਦਾ ਪੂਰੇ ਦਾ ਪੂਰਾ ਪ੍ਰੋਗਰਾਮ ਕਿਵੇਂ ਲੱਗਾ ਜ਼ਰੂਰ ਦੱਸਣਾ। ਤੁਹਾਡੇ ਸੁਝਾਵਾਂ ਦੀ ਸਾਨੂੰ ਬੇਸਬਰੀ ਦੇ ਨਾਲ ਉਡੀਕ ਰਹੇਗੀ। ਐਡਮਿੰਟਨ ਸ਼ਹਿਰ ਦੇ ਵਿੱਚ ਸਾਡਾ ਫੋਨ ਨੰਬਰ 7802333100, ਈਮੇਲ ਐਡਰੈਸ watantvcanada@gmail.com। ਅਗਲੇ ਹਫਤੇ ਫਿਰ ਮਿਲਦੇ ਹਾਂ। ਰੱਬ ਰੱਖ। ਮਾਮਾ ਗੁੱਤ ਕਰ ਧੀਏ ਭੈਣੇ ਚੁੱਪ ਕਰ, ਮਾਮਾ ਵਿਆਹ ਕਰ ਧੀਏ ਭੈਣੇ ਰਾਹ ਕਰ, ਮਾਮਾ ਜੰਜੇ ਆਈ ਧੀਏ ਭੈਣੇ ਕਿੱਥੇ ਆਈ, ਆਈ ਪਿੱਪਲ ਦੇ ਹੇਠ ਨਾਲੇ ਸਹੁਰਾ ਨਾਲੇ ਜੇਠ, ਨਾਲੇ ਮਾਂ ਦਾ ਜਵਾਈ ਖਾਂਦਾ ਲੁੱਚੀ ਤੇ ਕੜਾਈ, ਸੌਂਦਾ ਲੇਪ ਤੇ ਤਲਾਈ, ਪੀਂਦਾ ਦੁੱਧ ਤੇ ਮਲਾਈ, ਪੈੜਾ ਰੁੱਸ ਰੁੱਸ ਜਾਂਦਾ ਸਾਨੂੰ ਸ਼ਰਮ ਪਿਆ ਦਵਾਂਦਾ, ਆਲ ਮਾਲ ਹੋਇਆ ਥਾ। ਛਾਂ ਜੀਵੇ ਮਾਂ ਖਖੜੀਆਂ ਖਰਬੂਜੇ ਖਾਂਦੀ ਖਾਂਦੀ ਕਾਬੁਲ ਜਾਂ ਕਾਬਲੋਂ ਆਂਦੀ ਗੋਰੀ ਗਾਂ ਗੁਲਾਬੀ ਵੱਛਾ ਮਾਰੇ ਸਿੰਘ ਤੁੜਾਵੇ ਰੱਸਾ, ਆਲ ਮਾਲ ਹੋਇਆ ਹੀ ਥਾ। ਖੂਹ ਵਿੱਚ ਪੌੜੀ ਸੱਸ ਮੇਰੀ ਪੌੜੀ, ਸਹੁਰਾ ਮੇਰਾ ਮਿੱਠਾ ਲੈਲਪੁਰ ਡਿੱਠਾ, ਲੈਲਪੁਰ ਦੀਆਂ ਕੁੜੀਆਂ ਆਈਆਂ ਨੰਦ ਕੌਰ ਨਾ ਆਈ, ਨੰਦ ਕੌਰ ਦਾ ਗਿੱਟਾ ਭੱਜਾ ਹਿੰਗ ਜਵੈਣ ਲਾਈ, ਤੂੰ ਨਾ ਲਾਈ ਮੈਂ ਨਾ ਲਾਈ ਲਾ ਗਿਆ ਕਸਾਈ, ਤੇਰੇ ਪੇਕਿਆਂ ਦਾ ਨਾਈ